हाँ जी प्यारे विद्यार्थियों, पंजाब अचीवमेंट सर्वे की जी रिविजन चल रही है अपनी, ठीक है। जो रह गए लर्निंग आउटकम्स ਨੂੰ पूरा करने के लिए ਤੁਹਾਨੂੰ ਜਿਹੜਾ रिविजन टैसट मिलता हरेक संडे, ठीक है। तो ਤੁਹਾਡਾ ਟੈਸਟ ਹੋਇਆ 25 ਤਰੀਕ ਨੂੰ। ਆਓ ਉਹਦੀ ਆਨਸਰ ਕੀ ਆਪਾਂ ਡਿਸਕਸ ਕਰੀਏ ਤੇ ਤੁਸੀਂ ਆਪਣਾ ਆਪਣਾ ਮੁਲਾਂਕਣ ਕਰੋ ਕਿ ਤੁਸੀਂ ਇਹ ਟੈਸਟ ਕਿਵੇਂ ਕੀਤਾ ਔਰ ਕਿਹੜੇ ਕੁਐਸਚਨ ਤੁਹਾਡੇ ਸਹੀ ਗਏ ਕਿਹੜੇ ਗਲਤ। ਨਾਲ ਨਾਲ ਤੁਸੀਂ ਜਿਹੜਾ ਆਪਣੇ ਮਾਰਕਸ ਜੋੜਨੇ ਆ ਔਰ ਮੈਨੂੰ ਦੱਸਿਓ ਜ਼ਰੂਰ ਆਪਣੇ ਕਮੈਂਟ ਕਰਕੇ, ठीक है। तो आओ पहला प्रश्न शुरू करते हैं। मैथ्स के पहले 5 प्रश्न तुहानूं मिले आ जिहड़े ਉਹਦੇ ਵਿੱਚ ਪਹਿਲਾ ਪ੍ਰਸ਼ਨ ਪੁੱਛਿਆ ਗਿਆ, ਤੁਹਾਡੇ ਦੋਸਤ ਕੋਲ ਇੱਕ ਚਾਕਲੇਟ ਦਾ 1/3 ਭਾਗ ਹੈ। ਉਸਨੇ ਆਪਣੇ ਭਾਗ ਦਾ 1/2 ਹਿੱਸਾ ਤੁਹਾਨੂੰ ਦੇ ਦਿੱਤਾ, ਤਾਂ ਤੁਸੀਂ ਚਾਕਲੇਟ ਦਾ ਕਿੰਨਾ ਭਾਗ ਖਾਧਾ? ਠੀਕ ਹੈ। ਤਾਂ 1/3 ਭਾਗ ਤਾਂ ਪਹਿਲਾਂ ਹੀ ਸੀ ਉਹਦੇ ਕੋਲੇ ਪਹਿਲਾਂ ਹੀ ਕਿੰਨਾ ਸੀਗਾ 1/3 ਸੀਗਾ, ਠੀਕ ਹੈ। ਤਾਂ ਇਹਦਾ ਜਿੰਨਾ ਹਾਫ ਕਰਕੇ ਤੁਹਾਨੂੰ ਦਿੱਤਾ, ਹੁਣ ਇਹਦਾ ਹਾਫ ਕਿੰਨਾ ਬਣੇਗਾ? ਇਹਦਾ ਹਾਫ ਕਿੰਨਾ ਬਣੇਗਾ? 1/2 ਨਾਲ ਗੁਣਾ ਕਰ ਦਿਓ। ਹਾਫ ਕਰਨ ਲਈ ਆਪਾਂ 1/2 ਨਾਲ ਗੁਣਾ ਕਰਦੇ ਹੁੰਦੇ ਹਾਂ, ਤਾਂ ਕਿੰਨਾ ਬਣ ਗਿਆ 1 × 1 3 ਦੂਣੀ ਕਿੰਨਾ ਬਣ ਗਿਆ 6। ਤਾਂ 1/6 ਭਾਗ ਜਿਹੜਾ ਹੈਗਾ ਉਹਨੇ ਤੁਹਾਨੂੰ ਦਿੱਤਾ, ਠੀਕ ਹੈ। ਸਮਝ ਲੱਗ ਗਈ। ਨੈਕਸਟ ਸੈਕਿੰਡ ਪ੍ਰਸ਼ਨ, ਹੇਠ ਦਿੱਤੇ ਕੋਣ ਦਾ ਸੰਪੂਰਕ ਕੋਣ ਪਤਾ ਕਰੋ। ਫਾਈਂਡ ਦਾ ਸਪਲੀਮੈਂਟਰੀ ਐਂਗਲ ਆਫ 53, ਠੀਕ ਹੈ। 53 ਡਿਗਰੀ ਦਾ ਸੰਪੂਰਕ ਕੋਣ ਕਿੰਨਾ ਹੋਏਗਾ? ਤਾਂ ਸੰਪੂਰਕ ਕੋਣਾਂ ਦਾ ਯਾਦ ਕਰਨਾ ਪੁੱਤਰ ਤੁਸੀਂ। ਸੰਪੂਰਕ ਕੋਣ ਜਿਹੜੇ ਸਪਲੀਮੈਂਟਰੀ ਐਂਗਲਸ ਹੁੰਦੇ ਆ ਇਹਨਾਂ ਦਾ ਜੋੜ ਕਿੰਨਾ ਹੁੰਦਾ? 180 ਹੁੰਦਾ, ਠੀਕ ਹੈ। ਜੋੜ 180 ਡਿਗਰੀ ਹੁੰਦਾ। ਉਹਦੇ ਵਿੱਚੋਂ ਇੱਕ ਕੋਣ 53 ਤੁਹਾਨੂੰ ਦਿੱਤਾ ਹੈਗਾ, ਤਾਂ ਦੂਜਾ ਕਿੰਨਾ ਹੋਏਗਾ? ਤਾਂ ਇਹਦੇ ਵਿੱਚੋਂ ਤੁਸੀਂ 53 ਮਾਈਨਸ ਕਰ ਲਓ, ਕਿੰਨਾ ਆ ਜਾਏਗਾ? 10 ਚੋਂ 3 ਕੱਢੇ 7 ਅਤੇ 7 ਚੋਂ 5 ਕੱਢੇ 2 ਔਰ 127 ਡਿਗਰੀ ਦੇਖ ਲਓ ਤੁਹਾਡੇ ਕੋਲ ਆਪਸ਼ਨ ਸੀ, ਠੀਕ ਹੈ। ਸੰਪੂਰਕ। ਇਹਦੇ ਨਾਲ ਦਾ ਪ੍ਰਸ਼ਨ ਹੁੰਦਾ ਇੱਕ ਪੂਰਕ ਕੋਣ, ਤਾਂ ਪੂਰਕ ਕੋਣਾਂ ਜੋੜ ਕਿੰਨਾ ਹੁੰਦਾ? 90 ਡਿਗਰੀ ਹੁੰਦਾ, ਯਾਦ ਰੱਖਣਾ ਵੀ, ਠੀਕ ਹੈ। ਪੂਰਕ ਕੋਣਾਂ ਜੋੜ 90 ਹੁੰਦਾ ਅਤੇ ਸੰਪੂਰਕ ਕੋਣਾਂ ਜੋੜ 180 ਡਿਗਰੀ ਹੁੰਦਾ ਹੈਗਾ। ਕੰਪਲੀਮੈਂਟਰੀ ਅਤੇ ਸਪਲੀਮੈਂਟਰੀ ਐਂਗਲਸ ਹੁੰਦੇ, ਠੀਕ ਹੈ ਇਹ। ਨੈਕਸਟ ਕੁਐਸਚਨ ਨੰਬਰ 3, ਉਹ ਸੰਖਿਆ ਕਿਹੜੀ ਹੈ ਜਿਸ ਦੇ 1/4 ਵਿੱਚ 3 ਜੋੜਨ 'ਤੇ 7 ਪ੍ਰਾਪਤ ਹੁੰਦਾ ਹੈ? ਬਾਏ ਆਪਸ਼ਨ ਚੈੱਕ ਕਰ ਲਓ ਤੁਸੀਂ ਸਿੰਪਲੀ, ਕਿਵੇਂ ਜਿਸ ਤਰ੍ਹਾਂ ਉਹਨੇ ਕਿਹਾ ਹੈਗਾ ਉਵੇਂ ਕਰਕੇ ਦੇਖ ਲਓ। ਤਾਂ ਉਹ ਕਿਹੜੀ ਸੰਖਿਆ ਹੈ ਜਿਸ ਦੇ 1/4, ਚੌਥਾਈ ਮਤਲਬ ਚੌਥਾ ਹਿੱਸਾ, ਉਹਦੇ ਵਿੱਚ 3 ਜੋੜ ਦਈਏ ਅਤੇ 7 ਆ ਜਾਏ। ਹੁਣ ਕਿਹਦੇ ਵਿੱਚ 3 ਜੋੜ ਕੇ 7 ਬਣੂ? ਆਪਾਂ ਨੂੰ ਪਤਾ ਕਿ 4 ਵਿੱਚ ਹੀ 3 ਜੋੜਨ ਨਾਲ 7 ਬਣਦਾ ਹੈ। ਤਾਂ ਤੁਸੀਂ ਦੇਖ ਲਓ ਇਹਨਾਂ ਵਿੱਚੋਂ ਕਿਹੜੀ ਸੰਖਿਆ ਦਾ ਚੌਥਾ ਹਿੱਸਾ 4 ਬਣਦਾ ਹੈ, ਠੀਕ ਹੈ। ਤਾਂ ਓਬਵੀਅਸਲੀ 16 ਦਾ ਚੌਥਾ ਹਿੱਸਾ ਹੀ 4 ਬਣੇਗਾ, ਠੀਕ ਹੈ। 4 ਚੌਕੇ 16 ਹੁੰਦੇ ਆ। ਤਾਂ ਦੇਖ ਲਓ ਹੁਣ ਤੁਸੀਂ 16 ਵਿੱਚ 16 ਚੌਥਾ ਹਿੱਸਾ ਬਣ ਗਿਆ 4, 4 3 ਜੋੜੇ ਕਿੰਨੇ ਬਣ ਗਏ 7। ਤਾਂ ਆਪਸ਼ਨ ਕਿੰਨਾ ਆ ਗਿਆ? ਡੀ ਰਾਈਟ ਆਨਸਰ ਹੋ ਗਿਆ। ਸਮਝ ਲੱਗ ਗਈ। ਬਾਏ ਆਪਸ਼ਨ ਚੈੱਕ ਕਰਨਾ ਬਹੁਤ ਸੌਖਾ ਹੁੰਦਾ। ਤਾਂ ਪ੍ਰਸ਼ਨ ਨੰਬਰ 4, 4 ਨੂੰ m ਨਾਲ ਗੁਣਾ ਕਰਕੇ ਮਾਈਨਸ ਦੇ 24 ਬਣਾਤੇ ਉਹਨੇ। 4 ਨੂੰ m ਨਾਲ ਗੁਣਾ ਕਰਕੇ ਮਾਈਨਸ ਦੇ 24 ਬਣਾਤੇ, ਤਾਂ m ਦਾ ਮੁੱਲ ਕਿੰਨਾ ਹੋਏਗਾ? ਇਟ ਮੀਨਸ 4 ਨੂੰ ਇਹਨਾਂ ਵਿੱਚੋਂ ਕਿਹੜੀ ਸੰਖਿਆ ਨਾਲ ਗੁਣਾ ਕਰਕੇ -24 ਬਣਨਗੇ? 4 ਛਿੱਕਾ 24 ਹੁੰਦੇ ਆ, ਇਹ ਤਾਂ ਪਤਾ ਹੀ ਆ, ਅਤੇ 6 ਪਲੱਸ ਦਾ ਹੈ ਹੀ ਨਹੀਂ, ਮਾਈਨਸ ਦਾ ਹੀ ਹੈ। ਤਾਂ 6 ਹੈਗਾ ਆਪਣੇ ਕੋਲ, 4 ਛਿੱਕਾ 24 ਮਾਈਨਸ ਆ, ਤਾਂ ਮਾਈਨਸ ਨਾਲ ਲੱਗ ਗਈ, ਠੀਕ ਹੈ ਆਪਣੇ ਕੋਲ। ਪ੍ਰਸ਼ਨ ਨੰਬਰ 5 ਨੈਕਸਟ, ਨਵਰੋਜ਼ ਨੇ ਇੱਕ ਕੇਕ ਦਾ 3/9 ਭਾਗ ਖਾਧਾ। ਨਵਰੋਜ਼ ਨੇ ਇੱਕ ਕੇਕ ਦਾ ਕਿੰਨਾ ਭਾਗ ਖਾਧਾ ਬਈ? 3/9। ਹੁਣ 3/9 ਕਿੰਨਾ ਹੁੰਦਾ ਆਪਣੇ ਕੋਲ? ਇਹਨੂੰ ਸਿੰਪਲੀਫਾਈ ਕਰ ਲਓ ਥੋੜ੍ਹਾ ਜਿਹਾ। 3 × 3 3 × 9, ਤਾਂ 1/3 ਹਿੱਸਾ ਹੋ ਗਿਆ, ਯਾਨੀ ਕਿ ਤੀਜਾ ਹਿੱਸਾ, ਠੀਕ ਹੈ ਖਾਧਾ। ਤੀਜਾ ਹਿੱਸਾ ਮਤਲਬ ਤੁਹਾਡੇ ਕੋਲ ਦੇਖ ਲਓ ਇਸ ਤਰ੍ਹਾਂ ਕਰਕੇ ਇੱਕ ਕੇਕ ਹੈ ਆਪਣੇ ਕੋਲ, ਲੁੱਕ ਐਟ ਹੇਅਰ, ਠੀਕ ਹੈ। ਕੇਕ ਦਾ ਤੀਜਾ ਹਿੱਸਾ 3 ਹਿੱਸੇ ਕਰ ਲਏ ਦੇ ਆਪਣੇ ਕੋਲ ਬਰਾਬਰ 1 ਅਤੇ ਆਪਣੇ ਕੋਲ ਹੈ ਜੀ 2 ਅਤੇ 3, ਠੀਕ ਹੈ। ਤਾਂ ਇਹ 3 ਹਿੱਸੇ ਬਣ ਗਏ, ਤਾਂ ਇੱਕ ਹਿੱਸਾ ਉਸਨੇ ਇਹ ਖਾ ਲਿਆ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਕੀਤਾ? ਜਦ ਕਿ ਰਾਜਵਿੰਦਰ ਨੇ ਕੇਕ ਦਾ 1/2 ਭਾਗ ਖਾਧਾ। ਅੱਧਾ ਕੇਕ ਕਿੰਨਾ ਹੁੰਦਾ? ਦੇਖੋ ਇਹ ਕੇਕ ਉਹੀ ਸੀਗਾ ਅਤੇ ਰਾਜਵਿੰਦਰ ਨੇ ਅੱਧਾ ਕੇਕ ਖਾ ਲਿਆ, ਇੰਨਾ ਕੇਕ ਖਾ ਲਿਆ ਰਾਜਵਿੰਦਰ ਨੇ। ਹੁਣ ਦੱਸੋ ਕਿਹਨੇ ਜ਼ਿਆਦਾ ਕੇਕ ਖਾਧਾ? ਤੁਹਾਡੇ ਸਾਹਮਣੇ ਦੋਨੋਂ ਫਿਗਰਸ ਪਈਆਂ ਹੈਗੀਆਂ, ਕੇਕ ਦਾ ਹਿੱਸਾ ਲਿਖਿਆ ਹੋਇਆ। ਤਾਂ ਆਪਸ਼ਨ ਹੈ ਪਹਿਲਾਂ ਨਵਰੋਜ਼ ਨੇ ਜ਼ਿਆਦਾ ਭਾਗ ਖਾਧਾ, ਠੀਕ ਹੈ, ਰਾਜਵਿੰਦਰ ਨੇ ਜ਼ਿਆਦਾ ਖਾਧਾ ਜਾਂ ਬਰਾਬਰ ਖਾਧਾ। ਦੇਖੋ ਕਲੀਅਰ ਹੈ ਕਿ ਰਾਜਵਿੰਦਰ ਨੇ ਹੀ ਜ਼ਿਆਦਾ ਖਾਧਾ, ਤਾਂ ਕਿਉਂਕਿ ਅੱਧਾ ਜਿਹੜਾ ਹੈਗਾ 1/3 ਨਾਲੋਂ ਜ਼ਿਆਦਾ ਹੁੰਦਾ, ਇਸ ਲਈ ਤੁਹਾਨੂੰ ਵੀ ਪਤਾ ਲੱਗ ਗਿਆ ਰਾਜਵਿੰਦਰ ਨੇ ਜ਼ਿਆਦਾ ਭਾਗ ਖਾਧਾ ਕੇਕ ਦਾ, ਠੀਕ ਹੈ। ਪ੍ਰਸ਼ਨ ਨੰਬਰ 6 ਸਾਇੰਸ ਦੇ ਆ ਗਏ ਆਪਣੇ ਕੋਲ। ਲੈਟਸ ਸੀ ਸਾਇੰਸ। ਵਰੁਣ ਦੇ ਦਾਦੀ ਜੀ ਨੇ ਉਸ ਲਈ ਇੱਕ ਉੱਨ ਦਾ ਸਵੈਟਰ ਬੁਣਿਆ, ਠੀਕ ਹੈ। ਤੁਹਾਡੇ ਸਾਹਮਣੇ ਦੇਖਿਆ ਸਵੈਟਰ, ਠੰਡ ਆ ਗਈ ਹੈ, ਠੀਕ ਹੈ। ਸਵੈਟਰ ਪਾਉਣੇ, ਕੱਢ ਲਓ ਸਵੈਟਰ ਆਪਣੇ ਪੇਟੀਆਂ ਦੇ ਵਿੱਚੋਂ, ਠੀਕ ਹੈ। ਵਰੁਣ ਨੂੰ ਪਤਾ ਹੈ ਕਿ ਇਹ ਇੱਕ ਜੰਤੂ ਰੇਸ਼ਾ ਹੈ, ਵੀ ਇਹ ਕਿਸੇ ਜੰਤੂ ਤੋਂ ਰੇਸ਼ਾ ਬਣਦਾ ਹੈਗਾ, ਠੀਕ ਹੈ। ਕੀ ਤੁਸੀਂ ਦੱਸ ਸਕਦੇ ਹੋ ਇਹ ਰੇਸ਼ਾ ਕਿਸ ਜਾਨਵਰ ਤੋਂ ਪ੍ਰਾਪਤ ਹੁੰਦਾ ਹੈਗਾ? ਤਾਂ ਜਿਹੜੀ ਉੱਨ ਹੈ, ਉੱਨ ਆਪਾਂ ਨੂੰ ਕਿੱਥੋਂ ਮਿਲਦੀ ਹੈ?
ਭੇਡਾਂ ਤੋਂ ਮਿਲਦੀ ਹੈ, ਸ਼ੀਪਸ ਤੋਂ ਮਿਲਦੀ ਹੈ। ਠੀਕ ਹੈ, ਕਲੀਅਰ ਕੁਐਸਚਨ ਹੈਗਾ ਤੁਹਾਡੇ ਲਈ। ਪ੍ਰਸ਼ਨ ਨੰਬਰ 7, ਰਾਮ ਦੇ ਪਿਤਾ ਨੇ ਰਾਮ ਨੂੰ ਖੇਤ ਦੀ ਰੁੜੀ ਹੋਈ ਮਿੱਟੀ ਬਾਰੇ ਦਿਖਾ ਕੇ ਦੱਸਿਆ। ਦੇਖੋ ਰੁੜੀ ਹੋਈ ਮਿੱਟੀ ਤੁਹਾਡੇ ਸਾਹਮਣੇ ਪਿਕਚਰ ਦਿਖਾਈ ਗਈ ਹੈ, ਜਿਸ ਨੂੰ ਭੌਂ ਖੁਰ ਕਹਿੰਦੇ ਆ, ਭੌਂ ਦਾ ਖੁਰਨਾ। ਤਾਂ ਕੀ ਤੁਸੀਂ ਭੌਂ ਖੁਰ ਦੇ ਕਾਰਨਾਂ ਬਾਰੇ ਦੱਸ ਸਕਦੇ ਹੋ? ਕਿਸ ਕਾਰਨ ਭੌਂ ਖੁਰ ਹੁੰਦਾ ਹੈਗਾ? ਵਣਾਂ ਦੀ ਕਟਾਈ ਕਰਕੇ ਯਾਨੀ ਕਿ ਡੀਫੋਰੈਸਟੇਸ਼ਨ ਕਰਕੇ, ਸਟਰੋਂਗ ਵਾਈਂਡਸ ਯਾਨੀ ਕਿ ਤੇਜ਼ ਹਵਾਵਾਂ ਕਰਕੇ, ਫਲੱਡਸ ਯਾਨੀ ਕਿ ਹੜ੍ਹਾਂ ਕਰਕੇ। ਬਿਲਕੁਲ ਤਿੰਨੋਂ ਆਪਸ਼ਨ ਹੀ ਟਰੂ ਹੈਗੇ ਆ, ਤਾਂ ਆਪਾਂ ਲਿਖ ਦਿਆਂਗੇ ਉਪਰੋਕਤ ਸਾਰੇ ਕਾਰਨ ਸਹੀ ਹੈਗੇ। ਠੀਕ ਹੈ ਇਹਦੇ। ਤਾਂ ਪ੍ਰਸ਼ਨ ਨੰਬਰ 8, ਪੜ੍ਹਦੇ ਹੋਏ ਰਮਨ ਨੇ ਟੇਬਲ ਲੈਂਪ ਚਾਲੂ ਕੀਤਾ। ਕੁਝ ਦੇਰ ਬਾਅਦ ਉਸਨੇ ਬਲਬ ਨੂੰ ਹੱਥ ਲਾਇਆ ਤਾਂ ਮਹਿਸੂਸ ਕੀਤਾ ਕਿ ਬਹੁਤ ਗਰਮ ਹੋ ਗਿਆ ਸੀ। ਤੁਸੀਂ ਅਕਸਰ ਕਦੇ ਬਲਬ ਨੂੰ ਹੱਥ ਲਾਉਣੇ ਆ ਤਾਂ ਬਲਬ ਗਰਮ ਹੁੰਦਾ ਨਾ, ਕਿਉਂ ਗਰਮ ਹੁੰਦਾ ਹੈਗਾ? ਆਪਸ਼ਨ ਦਿੱਤੇ ਤੁਹਾਨੂੰ, ਕਾਰਨ ਕੀ ਹੈ? ਕਰੰਟ ਬਹੁਤ ਜ਼ਿਆਦਾ ਹੁੰਦਾ ਉਹਦੇ ਵਿੱਚ? ਨਹੀਂ। ਬਿਜਲੀ ਦੇ ਤਾਪਨ ਪ੍ਰਭਾਵ ਕਰਕੇ, ਬਿਜਲੀ ਦੇ ਚੁੰਬਕੀ ਪ੍ਰਭਾਵ ਕਰਕੇ, ਜਾਂ ਫਿਰ ਸਾਰੇ ਕਾਰਨ ਸਹੀ ਹੈਗੇ ਆ? ਤਾਂ ਇਹ ਜਿਹੜਾ ਹੈਗਾ ਬਿਲਕੁਲ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ ਹੁੰਦਾ ਬੇਟਾ, ਬਿਜਲੀ ਦੇ ਤਾਪਨ ਪ੍ਰਭਾਵ ਹੁੰਦਾ ਹੈਗਾ। ਠੀਕ ਹੈ, ਉਸ ਕਾਰਨ ਇਹ ਗਰਮੀ ਹੁੰਦੀ ਹੈਗੀ ਆ। ਪ੍ਰਸ਼ਨ ਨੰਬਰ 9, ਸਮਰਦੀਪ ਨੂੰ ਬੁਖਾਰ ਹੋ ਗਿਆ। ਜਦੋਂ ਉਹ ਡਾਕਟਰ ਕੋਲ ਗਿਆ ਤਾਂ ਡਾਕਟਰ ਨੇ ਉਸ ਦੇ ਸਰੀਰ ਦੇ ਤਾਪਮਾਨ ਨੂੰ ਮਾਪਣ ਲਈ ਇੱਕ ਯੰਤਰ ਦਾ ਪ੍ਰਯੋਗ ਕੀਤਾ। ਤੁਸੀਂ ਅਕਸਰ ਡਾਕਟਰ ਕੋਲ ਜਾਂਦੇ ਆ ਤਾਂ ਡਾਕਟਰ ਕਿਹੜੀ ਚੀਜ਼ ਨਾਲ ਜਿਹੜਾ ਤੁਹਾਡਾ ਬੁਖਾਰ ਚੈੱਕ ਕਰਦਾ ਹੈਗਾ? ਤਾਂ ਉਹ ਤੁਹਾਡੇ ਕੋਲ 4 ਆਪਸ਼ਨ ਹੈਗੇ ਆ, ਬੈਰੋਮੀਟਰ ਨਾਲ, ਓਡੋਮੀਟਰ ਨਾਲ, ਥਰਮਾਮੀਟਰ ਨਾਲ, ਜਾਂ ਫੁੱਟੇ ਨਾਲ। ਤਾਂ ਦੇਖੋ ਪੁੱਤਰੋ, ਉਹ ਇੱਕ ਆਪਣੇ ਕੋਲ ਚੀਜ਼ ਹੈ ਜਿਹੜੀ ਆਪਣੇ ਮੂੰਹ ਦੇ ਵਿੱਚ ਜੀਭ ਥੱਲੇ ਰੱਖ ਦਿੰਦੇ। ਠੀਕ ਹੈ, ਤਾਂ ਉਹ ਕੀ ਹੁੰਦੀ ਹੈਗੀ ਆ? ਥਰਮਾਮੀਟਰ। ਤੁਸੀਂ ਸਾਰੇ ਜਾਣਦੇ ਹੋ ਨਾ। ਵੈਰੀ ਗੁੱਡ, ਰਾਈਟ ਆਨਸਰ। ਰਾਮ ਨੂੰ ਇੱਕ ਮਧੂਮੱਖੀ ਨੇ ਹੱਥ 'ਤੇ ਡੰਗ ਮਾਰ ਦਿੱਤਾ। ਠੀਕ ਹੈ, ਮਧੂਮੱਖੀ ਜੋ ਲੜ ਜਾਂਦੀ, ਦੇਖੋ ਕਿੰਨਾ ਦਰਦ ਹੁੰਦਾ, ਪਤਾ ਨਾ। ਤਾਂ ਉੱਥੇ ਉਸ ਨੂੰ ਜਲਣ ਹੋਣ ਲੱਗ ਪਈ। ਉਸ ਦੀ ਮਾਤਾ ਜੀ ਨੇ ਹੱਥ 'ਤੇ ਇੱਕ ਪੇਸਟ ਲਗਾਤਾ ਜਿਸ ਨਾਲ ਉਸ ਨੂੰ ਆਰਾਮ ਮਿਲਿਆ। ਤਾਂ ਕੀ ਤੁਸੀਂ ਦੱਸ ਸਕਦੇ ਹੋ ਕਿ ਉਸ ਪੇਸਟ ਦਾ ਸੁਭਾਅ ਕੀ ਸੀ? ਕੈਨ ਯੂ ਗੈਸ ਨੇਚਰ ਆਫ ਦ ਪੇਸਟ? ਠੀਕ ਹੈ, ਨੇਚਰ ਆਫ ਪੇਸਟ ਕੀ ਸੀਗਾ? ਉਹਦਾ ਸੁਭਾਅ ਸੀਗਾ ਖਾਰੀ ਸੁਭਾਅ ਸੀ, ਯਾਨੀ ਕਿ ਬੇਸਿਕ ਸੀਗਾ, ਤਾਂ ਕਰਕੇ ਉਹ ਜਲਣ ਘਟ ਗਈ। ਠੀਕ ਹੈ। ਨਾਓ ਪ੍ਰਸ਼ਨ ਨੰਬਰ 11 ਆ ਜਾਓ ਇੰਗਲਿਸ਼ ਦੇ ਬਈ। ਅਗੇਨ ਇੱਕ ਕਨਵਰਜ਼ੇਸ਼ਨ ਤੁਹਾਨੂੰ ਗਿਵਨ ਹੈਗੀ ਹੈ, ਡਾਇਲੋਗ ਕੰਜ਼ਰਵੇਸ਼ਨ ਹੈ। ਧਿਆਨ ਨਾਲ ਪੜ੍ਹੋ ਪਹਿਲਾਂ ਇਹਨੂੰ, ਫਿਰ ਆਨਸਰ ਕਰਾਂਗੇ ਆਪਾਂ। ਰੀਡ। ਪਹਿਲਾਂ ਮਹੇਸ਼ ਅਤੇ ਰਮੇਸ਼ ਦੀ ਗੱਲ ਚੱਲ ਰਹੀ ਹੈਗੀ। ਮਹੇਸ਼ ਪੁੱਛਦਾ, ਹਾਊ ਇਜ਼ ਦਾ ਪ੍ਰੈਪਰੇਸ਼ਨ ਫॉर ਯੂਅਰ ਐਗਜ਼ਾਮ ਗੋਇੰਗ ਔਨ? ਮਤਲਬ ਤੁਹਾਡੇ ਪੇਪਰਾਂ ਦੀ ਤਿਆਰੀ ਕਿਵੇਂ ਚੱਲ ਰਹੀ ਆ? ਮਹੇਸ਼ ਨੇ ਰਮੇਸ਼ ਨੂੰ ਪੁੱਛਿਆ। ਰਮੇਸ਼ ਕਹਿੰਦਾ, ਨਾਟ ਟੂ ਬੈਡ, ਬੜੀ ਬੁਰੀ ਵੀ ਨਹੀਂ, ਠੀਕ ਹੈ। ਆਈ ਐਮ ਵਰੀਡ ਅਬਾਊਟ ਮੈਥਮੈਟਿਕਸ ਟਫ, ਮੈਨੂੰ ਲੱਗਦਾ ਕਹਿੰਦਾ ਮੈਥ ਮੈਨੂੰ ਟਫ ਲੱਗਦਾ। ਹਾਊ ਇਜ਼ ਯੂਅਰ ਪ੍ਰੈਪਰੇਸ਼ਨ, ਤੇਰੀ ਪ੍ਰੈਪਰੇਸ਼ਨ ਕਿਵੇਂ ਆ? ਮਹੇਸ਼ ਕਹਿੰਦਾ, ਆਈ ਫਾਈਂਡ ਮੈਥਮੈਟਿਕਸ ਐਂਡ ਇੰਗਲਿਸ਼ ਏ ਬਿਟ ਡਿਫੀਕਲਟ ਬਿਕੋਜ਼ ਆਫ ਦੇਅਰ ਵਾਸਟ ਸਿਲੇਬਸ। ਮੈਨੂੰ ਕਹਿੰਦਾ ਮੈਥ ਅਤੇ ਅੰਗਰੇਜ਼ੀ ਥੋੜ੍ਹੇ ਔਖੇ ਲੱਗਦੇ ਹੈਗੇ, ਸਿਲੇਬਸ ਜ਼ਿਆਦਾ। ਰਮੇਸ਼ ਕਹਿੰਦਾ, ਮੈਥਮੈਟਿਕਸ ਹੈਜ਼ ਟੂ ਮੈਨੀ ਥਿਓਰਮਸ ਐਂਡ ਫਾਰਮੂਲਾਜ਼। ਵਾਕਈ ਕਹਿੰਦਾ ਰਮੇਸ਼ ਕਹਿੰਦਾ ਉਹ 'ਚ ਬਹੁਤ ਜ਼ਿਆਦਾ ਥਿਓਰਮਾਂ ਹੁੰਦੀਆਂ, ਫਾਰਮੂਲੇ ਹੁੰਦੇ ਹੈਗੇ ਆ। ਮਹੇਸ਼ ਕਹਿੰਦਾ, ਕੈਨ ਵੀ ਸਟੱਡੀ ਮੈਥਮੈਟਿਕਸ ਟੂਗੈਦਰ ਐਟਲੀਸਟ ਜਿਓਮੈਟਰੀ? ਕਹਿੰਦਾ ਕੀ ਆਪਾਂ ਫਿਰ ਮੈਥਮੈਟਿਕਸ ਇਕੱਠੇ ਨਾ ਪੜ੍ਹਿਆ ਕਰੀਏ ਦੋਨੇ ਜਾਣੇ, ਜਿਓਮੈਟਰੀ ਵੀ ਖਾਸ ਕਰਕੇ ਹੈ ਨਾ? ਤਾਂ ਰਮੇਸ਼ ਕਹਿੰਦਾ, ਸ਼ੋਰ, ਇਟਸ ਗੁੱਡ ਆਈਡੀਆ, ਕੈਨ ਯੂ ਹੈਲਪ ਮੀ ਵਿਦ ਇੰਗਲਿਸ਼ ਆਲਸੋ? ਹਾਂ ਕਹਿੰਦਾ ਠੀਕ ਹੈ, ਇਕੱਠੇ ਪੜ੍ਹਿਆ ਕਰਾਂਗੇ, ਤੂੰ ਮੇਰੀ ਅੰਗਰੇਜ਼ੀ 'ਚ ਵੀ ਮਦਦ ਕਰ ਦੇਗਾ? ਰਮੇਸ਼ ਕਹਿੰਦਾ। ਮਹੇਸ਼ ਕਹਿੰਦਾ, ਯੈਸ ਆਈ ਕੈਨ, ਮੈਂ ਕਰ ਸਕਦਾ। ਅੱਛਾ ਕਹਿੰਦਾ, ਵੇਅਰ ਐਗਜ਼ੈਕਟਲੀ ਆਰ ਯੂ ਫੇਸਿੰਗ ਪ੍ਰੋਬਲਮ ਇਨ ਇੰਗਲਿਸ਼? ਤੁਹਾਨੂੰ ਕਿਹੜੇ ਟੋਪਿਕ 'ਚ ਪ੍ਰੋਬਲਮ ਹੁੰਦੀ ਹੈਗੀ ਅੰਗਰੇਜ਼ੀ ਵਿੱਚ? ਰਮੇਸ਼ ਕਹਿੰਦਾ, ਥੈਂਕਸ, ਮੈਨੂੰ ਕਹਿੰਦਾ ਪ੍ਰੈਪੋਜੀਸ਼ਨਸ ਅਤੇ ਰੀਡਿੰਗ ਕੰਪਰੀਹੈਂਸ਼ਨਸ ਆਰ ਮੇਨ ਪ੍ਰੋਬਲਮਸ ਏਰੀਆ ਫॉर ਮੀ। ਮੈਨੂੰ ਕਹਿੰਦਾ ਇੱਕ ਪ੍ਰੈਪੋਜੀਸ਼ਨ ਨਹੀਂ ਆਉਂਦੀਆਂ ਅਤੇ ਇੱਕ ਕੰਪਰੀਹੈਂਸ਼ਨ ਨਹੀਂ ਆਉਂਦੀ। ਠੀਕ ਹੈ, ਰੀਡਿੰਗ ਕੰਪਰੀਹੈਂਸ਼ਨ ਵਾਲਾ। ਮਹੇਸ਼ ਕਹਿੰਦਾ, ਵੈਲ ਠੀਕ ਹੈ, ਕਹਿੰਦਾ ਐਜ਼ ਫਾਰ ਐਜ਼ ਪ੍ਰੈਪੋਜੀਸ਼ਨਸ ਆਰ ਕੰਸਰਨਡ ਆਈ ਕੈਨ ਹੈਲਪ ਯੂ ਇਨ ਅੰਡਰਸਟੈਂਡਿੰਗ ਦੈਮ, ਮੈਂ ਤੈਨੂੰ ਕਹਿੰਦਾ ਸਮਝਾ ਦੂੰਗਾ ਪ੍ਰੈਪੋਜੀਸ਼ਨ। ਰਮੇਸ਼ ਕਹਿੰਦਾ, ਬਟ ਫॉर ਰੀਡਿੰਗ ਕੰਪਰੀਹੈਂਸ਼ਨ ਯੂ ਨੀਡ ਟੂ ਪੁੱਟ ਇਨ ਲੋਟਸ ਆਫ ਪ੍ਰੈਕਟਿਸ, ਪਰ ਕਹਿੰਦਾ ਤੈਨੂੰ ਆ ਕੰਪਰੀਹੈਂਸ਼ਨ ਵਾਸਤੇ ਤਾਂ ਬਹੁਤ ਜ਼ਿਆਦਾ ਪ੍ਰੈਕਟਿਸ ਦੀ ਜ਼ਰੂਰਤ ਹੈ। ਮਹੇਸ਼ ਕਹਿੰਦਾ, ਠੀਕ ਹੈ, ਮੈਂ ਕਰ ਲੂੰਗਾ। ਲੈਟਸ ਗੈਟ ਬੈਕ ਟੂ ਸਟੱਡੀ, ਕਹਿੰਦਾ ਚੱਲ ਆਪਾਂ ਪੜ੍ਹੀਏ ਹੁਣ। ਚਲੋ ਇਹ ਸੀ ਬੇਟਾ ਕੰਜ਼ਰਵੇਸ਼ਨ ਅਤੇ ਕਨਵਰਜ਼ੇਸ਼ਨ। ਅਤੇ ਪ੍ਰਸ਼ਨ ਕੀ ਹੈ ਪਹਿਲਾ, ਵਟ ਆਰ ਰਮੇਸ਼ ਐਂਡ ਮਹੇਸ਼ ਟਾਕਿੰਗ ਅਬਾਊਟ? ਤਾਂ ਉਹ ਕਾਹਦੇ ਬਾਰੇ ਗੱਲਬਾਤ ਕਰ ਰਹੇ ਆ? ਸਾਰਾ ਪਹਿਲਾਂ ਤੁਸੀਂ ਸੁਣਿਆ, ਉਹ ਗੱਲ ਕਰ ਰਹੇ ਹੈਗੇ, ਦੇ ਆਰ ਟਾਕਿੰਗ ਅਬਾਊਟ ਸਕੂਲ ਬਿਲਡਿੰਗ, ਇਮਾਰਤ ਬਾਰੇ ਗੱਲ ਕਰ ਰਹੇ ਆ। ਦੇ ਆਰ ਟਾਕਿੰਗ ਅਬਾਊਟ ਐਗਜ਼ਾਮ ਪ੍ਰੈਪਰੇਸ਼ਨ, ਯੈਸ, ਸੈਕਿੰਡ ਆਪਸ਼ਨ ਰਾਈਟ ਹੈਗਾ ਬੇਟਾ। 12ਵਾਂ, ਵਟ ਡਜ਼ ਰਮੇਸ਼ ਫਾਈਂਡ ਡਿਫੀਕਲਟ ਟੂ ਲਰਨ? ਰਮੇਸ਼ ਨੂੰ ਕੀ ਔਖਾ ਲੱਗਦਾ ਸੀ ਬਈ? ਰਮੇਸ਼ ਨੇ ਫਸਟ ਲਾਈਨ 'ਚ ਲਿਖਿਆ ਹੋਇਆ ਸੀਗਾ, ਰਮੇਸ਼ ਕਹਿੰਦਾ ਮੈਨੂੰ ਮੈਥਮੈਟਿਕਸ ਔਖਾ ਲੱਗਦਾ ਵੀ। ਹਾਂਜੀ, ਰਮੇਸ਼ ਫਾਈਂਡ ਮੈਥਮੈਟਿਕਸ ਡਿਫੀਕਲਟ ਟੂ ਲਰਨ। ਠੀਕ ਹੈ। ਵਟ ਡਜ਼ ਮਹੇਸ਼ ਸੁਜੈਸਟ ਦੇ ਸ਼ੁੱਡ ਡੂ? ਮਹੇਸ਼ ਨੇ ਫਿਰ ਕੀ ਸਲਾਹ ਦਿੱਤੀ ਆਪਾਂ ਕੀ ਕਰੀਏ? ਉਹ ਕਹਿੰਦਾ ਆਪਾਂ ਇਕੱਠੇ ਪੜ੍ਹਿਆ ਕਰੀਏ, ਹੈ ਨਾ, ਸਟੱਡੀ ਟੂਗੈਦਰ ਕਰਿਆ ਕਰੀਏ। 14ਵਾਂ ਪ੍ਰਸ਼ਨ ਬਈ, ਵਟ ਆਰ ਰਮੇਸ਼ ਪ੍ਰੋਬਲਮ ਏਰੀਆ ਇਨ ਇੰਗਲਿਸ਼? ਤਾਂ ਰਮੇਸ਼ ਨੂੰ ਅੰਗਰੇਜ਼ੀ ਵਿੱਚ ਕੀ ਔਖਾ ਲੱਗਦਾ ਸੀਗਾ? ਜਿਹੜਾ ਸੀ ਆਪਾਂ ਕੰਪੋਜੀਸ਼ਨਸ,
ਸੌਰੀ ਕੰਪਰੀਹੈਂਸ਼ਨ ਤੇ ਪ੍ਰੈਪੋਜੀਸ਼ਨ ਸੀਗਾ, ਬੋਥ ਰੀਡਿੰਗ ਕੰਪਰੀਹੈਂਸ਼ਨ ਐਂਡ ਪ੍ਰੈਪੋਜੀਸ਼ਨ ਧਿਆਨ ਨਾਲ ਪੜ੍ਹਨਾ ਹੈਗਾ, ਫਿਰ ਕਨਫਿਊਜ਼ ਨਹੀਂ ਹੋਣਾ। 15ਵਾਂ ਪ੍ਰਸ਼ਨ ਅੰਗਰੇਜ਼ੀ ਦਾ ਲਾਸਟ ਪ੍ਰਸ਼ਨ, ਵਟ ਡਜ਼ ਰਮੇਸ਼ ਸੁਜੈਸਟ ਮਹੇਸ਼ ਫॉर ਇੰਪਰੂਵਿੰਗ ਰੀਡਿੰਗ ਕੰਪਰੀਹੈਂਸ਼ਨ। ਤਾਂ ਕਹਿੰਦਾ ਰੀਡਿੰਗ ਕੰਪਰੀਹੈਂਸ਼ਨ ਕਿਵੇਂ ਇੰਪਰੂਵ ਕਰ ਸਕਦਾ, ਉਹਨੇ ਕੀ ਸਲਾਹ ਦਿੱਤੀ ਸੀਗੀ, ਉਹਨੇ ਕਿਹਾ ਸੀ ਟੂ ਪੁੱਟ ਇਨ ਲੋਟਸ ਆਫ ਪ੍ਰੈਕਟਿਸ, ਵੀ ਬਹੁਤ ਸਾਰਾ ਅਭਿਆਸ ਤੈਨੂੰ ਕਰਨਾ ਪਏਗਾ ਤਾਂ ਕਰਕੇ ਜਿਹੜਾ ਹੈ ਤੁਸੀਂ सीख सकते हो। तो अब हमारी राष्ट्रीय भाषा प्रश्न नंबर 16, पंजाबी भाषा के शब्द स्वराज का सही हिंदी में अनुवाद क्या होगा। स्वराज को हिंदी में कैसे लिखते हैं, स्वराज, स्वराज ग, ठीक है। तलवार फेंक देना, मुहावरे का अर्थ क्या है, तलवार फेंक देना मतलब युद्ध, पराजय स्वीकार कर लेना, ठीक है, पराजय स्वीकार कर लेना। 18वां, कौन सा शब्द वस्त्र शब्द का पर्यायवाची नहीं है। वस्त्र, वस्त्र को पर्यायवाची शब्द कौन कौन से हैं, वस्त्र को कपड़ा भी बोलते हैं, वस्त्र को चीर भी बोलते हैं, वस्त्र को पट भी बोलते हैं, वस्त्र को वारी नहीं बोलते, ठीक है। उसने बोला नहीं, तो वारी जो इसका पर्यायवाची शब्द नहीं है, इसका राइट आंसर बनेगा ऑप्शन डी। 19वां प्रश्न, इन निम्नलिखित में से कौन सा शुद्ध रूप है। तो गुप्तचर को शुद्ध कैसे लिखोगे आप, गुप्तचर, गुप्तचर, गुप्तचर क ही ਜਿਹੜਾ ਹੈਗਾ जो है आपका सही शुद्ध रूप है। और 20वां प्रश्न जो मैंने आपके लिए छोड़ दिया, ठीक है, आपने बताना है कि किस शब्द में पूरे र का प्रयोग किया गया है, ये आपके लिए प्रश्न है। प्रश्न नंबर 21, पंजाबी ਤੇ ਆ ਜੋ ਵੀ ਮਾਂ ਬੋਲੀ ਪੰਜਾਬੀ ਆਪਣੀ, ਉਹ ਕੁਝ ਬਣ ਰਿਹਾ ਹੈ, ਇਸ ਵਾਕ ਵਿੱਚ ਨਿਸ਼ਚੈਵਾਚਕ ਪੜਨਾਮ ਕਿਹੜਾ ਹੈ। ਨਿਸ਼ਚੈ ਜਿਹੜਾ ਆਪਾਂ ਨੂੰ ਦੱਸਦਾ ਪਿਆ, ਇਸ਼ਾਰਾ ਕਰਦੇ ਨਾ ਆਪਾਂ, ਉਹ ਕੁਝ ਬਣ ਰਿਹਾ ਹੈ, ਤਾਂ ਉਹ ਸ਼ਬਦ ਹੀ ਜਿਹੜਾ ਹੈ ਊੜਾ ਆਪਸ਼ਨ ਸਹੀ ਹੈ। ਤੁਸੀਂ ਆਪਣੇ ਪਿੰਡ ਦੀ ਸਫਾਈ ਲਈ ਕਿਸ ਨੂੰ ਪੱਤਰ ਲਿਖੋਗੇ, ਤਾਂ ਪਿੰਡ ਦੀ ਸਫਾਈ ਕਰਨੀ ਆਪਾਂ ਮੁੱਖ ਅਧਿਆਪਕ ਨੂੰ ਤਾਂ ਕਵਾਂਗੇ ਨਹੀਂ, ਨਾ ਹੀ ਆਪਾਂ BDPO ਨੂੰ ਕਵਾਂਗੇ, ਸਭ ਤੋਂ ਪਹਿਲਾਂ ਆਪਾਂ ਕਿਹਨੂੰ ਕਵਾਂਗੇ, ਸਰਪੰਚ ਨੂੰ ਕਵਾਂਗੇ ਬੇਟਾ, ਠੀਕ ਹੈ। ਪ੍ਰਸ਼ਨ ਨੰਬਰ 23, परिंदे शब्द ਤੋਂ ਕੀ ਭਾਵ ਹੈ। परिंदे, परिंदे, ठीक है, परिंदे ਕਹਿੰਦੇ ਆ ਪੰਛੀਆਂ ਨੂੰ। ਪ੍ਰਸ਼ਨ ਨੰਬਰ 24, ਇਹਨਾਂ ਵਿੱਚੋਂ ਕਿਹੜੀ ਖੇਡ ਪ੍ਰਮੁੱਖ ਤੌਰ 'ਤੇ ਕੁੜੀਆਂ ਦੀ ਹੈ। ਲਓ ਵੀ ਕੁੜੀਆਂ ਦਾ ਕੁਐਸਚਨ ਆ ਗਿਆ, ਤੁਸੀਂ ਆਪਣੇ ਆਪ ਦੱਸਣਾ ਹੈਗਾ ਵੀ ਕਿਹੜੀ ਖੇਡ ਤੁਹਾਡੀ ਇਹਨਾਂ ਵਿੱਚੋਂ ਚਾਰਾਂ ਵਿੱਚੋਂ ਕਬੱਡੀ ਹੈ, ਲੂਣ ਮਧਾਣੀ ਹੈ, ਪਿੱਠੂ ਹੈ ਜਾਂ ਰੱਸੀ ਟੱਪਾ, ਠੀਕ ਹੈ। ਪ੍ਰਸ਼ਨ ਨੰਬਰ 25, ਵਿਆਹ ਸਮੇਂ ਨਾਨਕਿਆਂ ਵੱਲੋਂ ਰਾਤ ਨੂੰ ਕਿਹੜੀ ਰਸਮ ਨਿਭਾਈ ਜਾਂਦੀ ਹੈ। ਇਹ ਤਾਂ ਸਾਰਿਆਂ ਨੂੰ ਪਤਾ ਹੋਊਗੀ, ਠੀਕ ਹੈ। ਇਹਦਾ ਆਨਸਰ ਤੁਸੀਂ ਮੈਨੂੰ ਦੱਸਣਾ। 25ਵੇਂ ਦਾ ਕਿਹੜੀ ਰਸਮ ਰਾਤ ਨੂੰ ਨਿਭਾਈ ਜਾਂਦੀ ਹੈ, ਜਦੋਂ ਮੰਜੇ ਮੁੱਧੇ ਮਾਰੇ ਜਾ ਕੇ ਜਾਂਦੇ ਨਾ ਲੋਕਾਂ ਦੇ ਨਾ ਬਲਬ ਭੰਨੇ ਜਾਂਦੇ ਆ, ਸੋ ਕਿਹੜੀ ਰਸਮ ਹੈ ਦੱਸਣਾ ਤੁਸੀਂ, ਠੀਕ ਹੈ। ਆ ਜਾਓ ਵੀ SS ਤੇ ਸਮਾਜਿਕ ਵਿਗਿਆਨ। ਪ੍ਰਸ਼ਨ ਨੰਬਰ 26, ਸਮਾਜਿਕ ਵਿਗਿਆਨ ਦੇ ਅਧਿਆਪਕਾ ਹਰਪਿੰਦਰ ਕੌਰ ਵਿਦਿਆਰਥੀਆਂ ਨੂੰ ਵਾਯੂਮੰਡਲ ਦੀਆਂ ਤਹਿਆਂ ਦਾ ਮਾਡਲ ਦਿਖਾ ਰਹੇ ਸੀ, ਠੀਕ ਹੈ, ਲੇਅਰਸ ਆਫ ਐਟਮੋਸਫੀਅਰ। ਤਾਂ ਇੱਕ ਵਿਦਿਆਰਥਣ ਸੁਖਮਣੀ ਨੇ ਵੇਖਿਆ ਕਿ ਇੱਕ ਤਹਿ ਦਾ ਆਕਾਰ ਜਿਹੜਾ ਹੈ ਧਰਤੀ ਦੇ ਦੁਆਲੇ ਆਂਡੇ ਵਰਗਾ ਹੁੰਦਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਉਹ ਕਿਹੜੀ ਤਹਿ ਹੈ। ਤਾਂ ਜਿਹੜੀ ਇਸ ਤਰ੍ਹਾਂ ਦੀ ਤਹਿ ਹੁੰਦੀ ਹੈਗੀ ਆ ਉਸ ਨੂੰ ਆਪਾਂ ਬੋਲਦੇ ਹੈਗੇ ਆ ਟ੍ਰੋਪੋਸਫੀਅਰ, ਯਾਨੀ ਕਿ ਅਸ਼ਾਂਤੀ ਮੰਡਲ, ਠੀਕ ਹੈ। ਪ੍ਰਸ਼ਨ ਨੰਬਰ 27, ਜੈਸਮੀਨ ਨੇ ਪੜ੍ਹਿਆ ਕਿ ਧਰਤੀ ਦੀ ਸਭ ਤੋਂ ਉੱਪਰਲੀ ਤਹਿ ਨੂੰ ਧਰਤੀ ਦਾ ਚਾਪੜ ਜਾਂ ਪੇਪੜੀ ਕਿਹਾ ਜਾਂਦਾ ਹੈ, ਉੱਪਰਲੀ ਪਰਤ ਨੂੰ। ਤਾਂ ਉਸਦੇ ਅਧਿਆਪਕਾਂ ਨੇ ਉਸਨੂੰ ਦੱਸਿਆ ਕਿ ਧਰਤੀ ਦੀ ਇਸ ਤਹਿ ਨੂੰ ਇੱਕ ਹੋਰ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਤਾਂ ਉਹ ਨਾਮ ਕਿਹੜਾ ਹੈ, ਠੀਕ ਹੈ। ਉਹ ਹੁੰਦਾ ਇਹਦੇ ਵਿੱਚ ਮੌਜੂਦ ਤੱਤਾਂ ਦੇ ਨਾਮ ਦੇ ਹਿਸਾਬ ਨਾਲ ਰੱਖਿਆ ਜਾਂਦਾ ਨਾਮ, ਠੀਕ ਹੈ। ਤਾਂ ਇਹਦਾ ਨਾਮ ਹੁੰਦਾ ਹੈਗਾ, ਇਹਦੇ ਵਿੱਚ ਨਾਮ ਤੱਤ ਹੁੰਦੇ ਹੈਗੇ ਆ ਸਿਲੀਕਾਨ ਅਤੇ ਐਲੂਮੀਨੀਅਮ, ਠੀਕ ਹੈ। ਤਾਂ ਐਲੂਮੀਨੀਅਮ, ਸਿਲੀਕਾ ਅਤੇ ਐਲੂਮੀਨੀਅਮ ਦਾ ਬਣ ਗਿਆ ਸਿਆਲ, ਸਿਆਲ ਬਣ ਗਿਆ, ਠੀਕ ਹੈ। ਆਪਸ਼ਨ 3 ਰਾਈਟ ਆਂਸਰ ਬਣ ਗਿਆ। ਅਗਲਾ ਹੈ ਆਪਣੇ ਕੋਲ ਪ੍ਰਸ਼ਨ ਨੰਬਰ 28। ਡੋਲੀ ਨੇ ਪੜ੍ਹਿਆ ਕਿ ਅਕਬਰ ਸਮੇਂ ਇੱਕ ਲਗਾਨ ਪ੍ਰਣਾਲੀ ਅਜਿਹੀ ਸੀ ਜਿਸ ਵਿੱਚ ਖੜੀ ਫਸਲ ਦਾ ਅੰਦਾਜ਼ਾ ਲਾ ਕੇ ਲਗਾਨ ਨਿਯਤ ਕੀਤਾ ਜਾਂਦਾ ਸੀਗਾ। ਫਸਲ ਕੱਟਣ ਤੋਂ ਪਹਿਲਾਂ ਹੀ ਫਸਲ ਦੇਖ ਕੇ ਜਿਹੜਾ ਹੈਗਾ ਉਹ ਟੈਕਸ ਜਿਹੜਾ ਸੀਗਾ, ਉਹ ਰੈਵਨਿਊ ਟੈਕਸ ਜਿਹੜਾ ਹੈਗਾ ਉਹ ਤੈਅ ਕਰ ਲਿਆ ਜਾਂਦਾ ਸੀਗਾ। ਅਤੇ ਇਹ ਕਿਹੜੀ ਪ੍ਰਣਾਲੀ ਸੀ, ਇਸ ਪ੍ਰਣਾਲੀ ਨੂੰ ਕੀ ਕਹਿੰਦੇ ਸੀਗੇ, ਜਾਂ ਇਹ ਕਿਹੜਾ ਸਿਸਟਮ ਸੀਗਾ, ਰੈਵਨਿਊ ਸਿਸਟਮ ਕਿਹੜਾ ਸੀਗਾ। ਅਤੇ ਇਹਨੂੰ ਬੋਲਦੇ ਸੀਗੇ ਆਪਾਂ ਕਨਕੂਤ ਪ੍ਰਣਾਲੀ। ਤੁਸੀਂ SS ਦੀਆਂ ਕਿਤਾਬਾਂ 'ਚ ਪੜ੍ਹਿਆ ਹੋਵੇਗਾ, ਠੀਕ ਹੈ। ਪ੍ਰਸ਼ਨ ਨੰਬਰ 29, ਗਿਆਸੁਦੀਨ ਬਲਬਨ ਨੇ ਮੰਗੋਲਾਂ ਦੇ ਖਿਲਾਫ ਕਿਹੜੀ ਨੀਤੀ ਅਪਣਾਈ ਸੀ। ਵਿਚ ਪੋਲਿਸੀ ਵਾਜ਼ ਅਡੋਪਟਡ ਬਾਏ ਗਿਆਸੁਦੀਨ ਬਲਬਨ ਅਗੇਂਸਟ ਮੰਗੋਲਸ। ਹਾਂਜੀ, ਤਾਂ ਇਹ ਪੋਲਿਸੀ ਸੀਗੀ ਆਪਸ਼ਨ 2 ਲਹੂ ਅਤੇ ਲੋਹੇ ਦੀ ਨੀਤੀ, ਬਲੱਡ ਐਂਡ ਆਇਰਨ ਪੋਲਿਸੀ ਜਿਹੜੀ ਸੀਗੀ ਅਪਣਾਈ ਸੀ ਉਹਨਾਂ ਨੇ। ਪ੍ਰਸ਼ਨ ਨੰਬਰ 30, ਆਖਰੀ ਪ੍ਰਸ਼ਨ ਤੁਹਾਡਾ, ਨਵਿਕਾ ਦੀ ਉਮਰ। ਨਵਿਕਾ ਦੀ ਉਮਰ
18 ਸਾਲ ਦੀ ਹੋਈ ਤਾਂ ਉਸਨੇ BLO ਦੇ ਕੋਲ ਜਾ ਕੇ ਆਪਣੀ ਵੋਟ ਬਣਵਾਉਣ ਦਾ ਫਾਰਮ ਭਰ ਦਿੱਤਾ, ਫਾਰਮ ਨੰਬਰ 6। ਠੀਕ ਹੈ, ਕੀ ਤੁਸੀਂ ਦੱਸ ਸਕਦੇ ਹੋ ਕਿ ਉਸਨੇ ਹੇਠ ਲਿਖਿਆਂ ਵਿੱਚੋਂ ਕਿਸ ਅਧਿਕਾਰ ਦੇ ਅਧੀਨ ਵੋਟ ਬਣਵਾਉਣ ਲਈ ਫਾਰਮ ਭਰਿਆ? ਕਿਹੜਾ ਜਿਹੜਾ ਉਹਨੇ ਅਧਿਕਾਰ, ਕਿਹੜਾ ਰਾਈਟ ਸੀ ਜਿਹੜਾ ਉਸਨੇ ਯੂਜ਼ ਕੀਤਾ? ਠੀਕ ਹੈ, ਤਾਂ ਰਾਈਟ ਜਾਣਨ ਤੋਂ ਪਹਿਲਾਂ ਫਟਾਫਟ ਜਿਹੜੇ ਬੱਚੇ ਚੈਨਲ 'ਤੇ ਨਵੇਂ ਨੇ ਪੁੱਤਰ ਜੀ, ਬਿਲਕੁਲ ਰਾਈਟ ਸਾਈਡ 'ਤੇ ਰੈੱਡ ਬਟਨ ਸਬਸਕ੍ਰਾਈਬ ਕਰ ਲਓ। ਉਸ ਤੋਂ ਬਾਅਦ ਘੰਟੀ ਦਾ ਬਟਨ ਵੀ ਦਬਾ ਲਓ ਤਾਂ ਕਿ ਤੁਹਾਨੂੰ ਜਿਹੜੀ ਹੈ ਹਰੇਕ ਵੀਡੀਓ ਤੁਹਾਡੇ ਘਰ ਤੱਕ ਪਹੁੰਚਦੀ ਰਹੇ। ਠੀਕ ਹੈ, ਔਰ ਜੇ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਫਟਾਫਟ ਲਾਈਕ ਵੀ ਕਰ ਲਓ, ਸ਼ਾਬਾਸ਼। ਅਤੇ ਆਪਣੇ ਮਾਰਕਸ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ। ਤਾਂ ਕਿਹੜਾ ਅਧਿਕਾਰ ਸੀ ਬਈ ਉਹ? ਉਹਨੂੰ ਬੋਲਦੇ ਆਪਾਂ ਸਰਵ ਵਿਆਪਕ ਬਾਲਗ ਮਤ ਅਧਿਕਾਰ, ਯਾਨੀ ਕਿ ਯੂਨੀਵਰਸਲ ਫਰੈਂਚਾਈਜ਼। ਸਰਵ ਵਿਆਪਕ ਬਾਲਗ ਮਤ ਅਧਿਕਾਰ ਹੈ ਜਿਸ ਦੇ ਅਧੀਨ ਤੁਸੀਂ ਵੋਟ ਬਣਵਾ ਸਕਦੇ ਹੋ 18 ਸਾਲ ਦੀ ਉਮਰ ਤੋਂ ਬਾਅਦ, ਔਰ ਵੋਟ ਪਾਉਣ ਦਾ ਅਧਿਕਾਰ ਤੁਹਾਨੂੰ ਬਾਅਦ 'ਚ ਹੁੰਦਾ। ਠੀਕ ਹੈ, ਸੋ ਇਹ ਸੀ ਪੁੱਤਰ ਆਪਣੇ ਪ੍ਰਸ਼ਨ। ਠੀਕ ਹੈ, ਔਰ ਉਮੀਦ ਆ ਸਾਰੇ ਤੁਸੀਂ ਚੰਗੀ ਤਰ੍ਹਾਂ ਸਮਝੇ ਹੋਣਗੇ, ਤੁਹਾਡੇ ਵਧੀਆ ਮਾਰਕਸ ਬਣੇ ਹੋਣਗੇ। ਠੀਕ ਹੈ, ਔਰ ਇਸ ਤਰ੍ਹਾਂ ਤੁਸੀਂ ਤਿਆਰੀ ਕਰਦੇ ਰਹੋਗੇ ਔਰ ਚੈਨਲ ਨਾਲ ਜੁੜੇ ਰਹੋ। ਠੀਕ ਹੈ, ਮਿਲਦੇ ਨੈਕਸਟ ਵੀਡੀਓ 'ਚ। ਥੈਂਕ ਯੂ, ਟੇਕ ਕੇਅਰ, ਗੋਡ ਬਲੈਸ ਯੂ, ਬਾਏ ਬਾਏ।